ਵੇਖੋ ਜਗ ਦੇ ਰੌਣਕ ਮੇਲੇ, ਵੇਖੋ ਜਗ ਦੇ ਰੌਣਕ ਮੇਲੇ। ਕੁਝ ਖੇਡਣ ਆਂਦੇ, ਕੁਝ ਖੇਡ ਕੇ ਜਾਂਦੇ, ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ, ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ, ਜੋ ਮੌਜਾਂ ਵਿੱਚ ਝੂਮ ਕੇ ਗਾਉਂਦੇ। ਖੁਸ਼ੀਆਂ ਖੇੜੇ ਸਾਡੇ ਵੇੜੇ, सत श्री अकाल, ओम शांति। प्यारे दोस्तों, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚਹੇਤੇ ਪ੍ਰੋਗਰਾਮ ਖੁਸ਼ੀਆਂ ਖੇੜੇ ਸਾਡੇ ਵੇੜੇ ਵਿੱਚ। ਕਹਿੰਦੇ ਨੇ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ, ਤੇ ਜੇ ਜੀਵਨ ਵਿੱਚ ਖੁਸ਼ੀਆਂ ਹੀ ਨਾ ਹੋਣ ਤਾਂ ਜੀਵਨ ਬੜਾ ਫਿੱਕਾ ਹੋ ਜਾਂਦਾ ਹੈ। ਅੱਜ ਅਸੀਂ ਇਸੇ ਟੌਪਿਕ ਨੂੰ ਲੈਣੇ ਆ ਕਿ ਕਿਸ ਤਰ੍ਹਾਂ ਅਸੀਂ ਆਪਣਾ ਜੀਵਨ ਖੁਸ਼ੀ ਬਿਤਾਈਏ। ਐਸੇ ਟੌਪਿਕ ਤੇ ਸਾਡੇ ਨਾਲ ਗੱਲ ਕਰਨ ਵਾਸਤੇ ਸਟੂਡੀਓ ਵਿੱਚ ਆਏ ਹੋਏ ਨੇ ਡਾਕਟਰ ਸੀਮਾ। ਡਾਕਟਰ ਸੀਮਾ, ਤੁਹਾਡਾ ਸਵਾਗਤ ਹੈ। ਓਮ ਸ਼ਾਂਤੀ। ਓਮ ਸ਼ਾਂਤੀ। ਡਾਕਟਰ ਸੀਮਾ, ਹਰ ਇਨਸਾਨ ਇਹ ਚਾਹੁੰਦਾ ਹੈ ਕਿ ਸਾਡੇ ਜੀਵਨ ਵਿੱਚ ਖੁਸ਼ੀਆਂ ਆ ਜਾਣ, ਸਾਡਾ ਜੀਵਨ ਬੜਾ ਸੋਹਣਾ ਹੋ ਜਾਏ। ਤੁਸੀਂ ਸਾਨੂੰ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਅਧਿਆਤਮ ਬਾਰੇ ਦੱਸਿਆ, ਅਧਿਆਤਮ ਨਾਲ ਜੁੜਨ ਨਾਲ ਖੁਸ਼ੀਆਂ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਵਾਪਸ ਆਉਣ ਲੱਗਦੀਆਂ ਹੈ? ਜਦੋਂ ਅਸੀਂ ਆਪਣੇ ਆਪ ਨੂੰ ਜਾਣ ਲੈਂਦੇ ਹਾਂ, ਆਪਣੀ ਅਸਲੀਅਤ ਨੂੰ ਜਾਣ ਲੈਂਦੇ ਹਾਂ ਕਿ ਅਸੀਂ ਓਰੀਜਨਲੀ ਇੱਕ ਸ਼ਾਂਤ ਸਵਰੂਪ ਆਤਮਾ, ਆਨੰਦ ਸਵਰੂਪ, ਸੁਖ ਸਵਰੂਪ ਆਤਮਾ, ਤਾਂ ਸਾਨੂੰ ਆਪਣੀ ਸੋਝੀ ਆ ਜਾਂਦੀ ਹੈ। ਤਾਂ ਅਸੀਂ ਛੋਟੀਆਂ ਜਿਹੜੀਆਂ ਪਰਿਸਥਿਤੀਆਂ ਉਹਦੇ ਤੋਂ ਘਬਰਾਉਂਦੇ ਨਹੀਂ, ਤਾਂ ਅਸੀਂ ਆਪਣਾ ਖੁਸ਼ੀਆਂ ਭਰਿਆ ਜੀਵਨ ਹੀ ਆਨੰਦ ਦੇ ਵਿੱਚ ਜਿਉਂਦੇ ਹਾਂ। ਤੁਸੀਂ ਸਾਨੂੰ ਥੋੜਾ ਜਿਹਾ ਹੋਰ ਦੱਸੋ, ਜਿਹੜਾ ਤੁਸੀਂ ਕਿਹਾ ਮੈਡੀਟੇਸ਼ਨ ਬਾਰੇ, ਤੁਸੀਂ ਕਿਹਾ ਕਿ ਮੈਡੀਟੇਸ਼ਨ ਜੋ ਹੈ, ਮੈਡੀਟੇਸ਼ਨ ਕੀ ਚੀਜ਼ ਹੈ? ਥੋੜੀ ਇਹਦੇ ਤੇ ਰੋਸ਼ਨੀ ਪਾਓ। ਮੈਡੀਟੇਸ਼ਨ ਆਤਮਾ ਦਾ ਪਰਮਾਤਮਾ ਦੇ ਨਾਲ ਇੱਕ ਯੋਗ, ਇੱਕ ਮਿਲਨ ਦਾ ਨਾਮ ਹੀ ਮੈਡੀਟੇਸ਼ਨ ਹੈ। ਤੁਸੀਂ ਸਾਨੂੰ ਬੜਾ ਸੋਹਣਾ ਦੱਸਿਆ ਸੀ ਆਤਮਾ ਬਾਰੇ ਕਿ ਆਤਮਾ ਇੱਕ ਜੋਤੀ ਸਰੂਪ ਹੈ, ਇੱਕ ਲਾਈਟ ਹੈ, ਸਾਡੇ ਮੱਥੇ ਦੇ ਵਿੱਚ ਇੱਕ ਲਾਈਟ ਹੈ। ਤੇ ਆਤਮਾ ਦੇ ਬਾਰੇ ਸਾਨੂੰ ਕਾਫੀ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗਿਆ। ਬਾਕੀ ਪਰਮਾਤਮਾ ਦੇ ਬਾਰੇ ਬਹੁਤ ਸਾਰੇ ਕਨਸੈਪਟਸ ਨੇ, ਬਹੁਤ ਸਾਰੀਆਂ ਗੱਲਾਂ ਨੇ। ਤੁਸੀਂ ਥੋੜਾ ਅੱਜ ਸਾਨੂੰ ਪਰਮਾਤਮਾ ਦੇ ਬਾਰੇ ਵੀ ਦੱਸੋ। ਜੇ ਮੈਡੀਟੇਸ਼ਨ ਵਿੱਚ ਅਸੀਂ ਪਰਮਾਤਮਾ ਨੂੰ ਯਾਦ ਕਰਨਾ ਹੈ ਤੇ ਉਹਨੂੰ ਕਿਸ ਤਰ੍ਹਾਂ ਯਾਦ ਕਰੀਏ? ਹਾਂ, ਮੈਡੀਟੇਸ਼ਨ ਸਿੱਖਣ ਦੇ ਲਈ ਸਭ ਤੋਂ ਪਹਿਲੀ ਚੀਜ਼ ਹੈ ਸਾਨੂੰ ਖੁਦ ਨੂੰ ਜਾਣਨਾ ਤੇ ਪਰਮਾਤਮਾ ਨੂੰ ਜਾਣਨਾ। ਦੋਨਾਂ ਦਾ ਪਰਿਚੈ, ਦੋਨਾਂ ਦੀ ਇੰਟਰੋਡਕਸ਼ਨ ਹੋਣੀ ਜ਼ਰੂਰੀ ਹੈ। ਬਿਲਕੁਲ। ਆਪਾਂ ਖੁਦ ਨੂੰ ਜਾਣਿਆ ਕਿ ਹਾਂ ਅਸੀਂ ਸਾਰੇ ਆਤਮਾ ਹਾਂ। ਪਰਮਾਤਮਾ ਕੌਣ ਹੈ, ਕਿੱਥੇ ਰਹਿੰਦਾ ਹੈ, ਕਿਸ ਮੁਹੱਲੇ ਵਿੱਚ ਰਹਿੰਦਾ ਹੈ, ਦੇਖਣ ਵਿੱਚ ਉਹ ਕਿਸ ਤਰ੍ਹਾਂ ਦਾ ਹੈ। ਪਹਿਲਾਂ ਆਪਾਂ ਇਸ ਤੋਂ ਪਹਿਲਾਂ ਕਿ ਆਪਾਂ ਇਸ ਬਾਰੇ ਗੱਲ ਕਰੀਏ, ਮੈਂ ਸਾਰੇ ਦਰਸ਼ਕਾਂ ਨੂੰ ਵੀ ਕਹਿੰਦੀ ਹਾਂ, ਤੁਸੀਂ ਵੀ ਆਪਣੀ ਇਸ ਮਾਈਂਡ ਦੀ ਸਕਰੀਨ ਤੇ ਸੇਬ ਦਾ ਚਿੱਤਰ ਲਿਆਓ। ਆ ਚੁੱਕਿਆ ਹੋਏਗਾ? ਬਿਲਕੁਲ ਆ ਚੁੱਕਿਆ। ਇੱਕ ਫਲ ਦੀ ਗੱਲ ਹੋ ਰਹੀ ਹੈ, ਰਾਉਂਡ ਆਬਜੈਕਟ ਹੈ। ਬਿਲਕੁਲ। ਹੁਣ ਮੈਂ ਤੁਹਾਨੂੰ ਕਹਿੰਦੀ ਹਾਂ, ਆਪਣੀ ਇਸ ਮਾਈਂਡ ਦੀ ਸਕਰੀਨ ਤੇ ਸਾਰੇ ਜਿਸ ਨੂੰ ਵੀ ਅੱਜ ਤੱਕ ਪੂਜਦੇ ਆਏ, ਆਰਾਧਨਾ ਕਰਦੇ ਆਏ, ਉਸ ਪਰਮਾਤਮਾ ਦਾ ਚਿੱਤਰ ਲੈ ਕੇ ਆਓ। ਤੇ ਬਹੁਤ ਸਾਰੇ ਚਿੱਤਰ ਆ ਜਾਂਦੇ ਆ। ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਆ, ਜੇਕਰ ਉਹ ਐਕਟੀਵਿਟੀ ਨੂੰ ਸਾਡੇ ਨਾਲ ਕਰ ਰਹੇ ਆ, ਜ਼ਰੂਰ ਉਹਨਾਂ ਦੇ ਇੱਥੇ ਟੀਵੀ ਸਕਰੀਨ ਦੇ ਉੱਤੇ ਕੋਈ ਨਾ ਕੋਈ ਚਿੱਤਰ ਬਣ ਚੁੱਕਿਆ ਹੋਏਗਾ। ਹਾਂਜੀ। ਹੁਣ ਅਸੀਂ ਤੁਹਾਨੂੰ ਵੀ ਨਹੀਂ ਪੁੱਛ ਰਹੇ ਕਿ ਤੁਹਾਡੇ ਇੱਥੇ ਪਰਮਾਤਮਾ ਦੇ ਨਾਮ ਤੇ ਕਿੱਦਾਂ ਦਾ ਚਿੱਤਰ ਬਣਿਆ, ਪਰ ਜਿੰਨੇ ਵੀ ਦਰਸ਼ਕ ਦੇਖ ਰਹੇ ਆ, ਸਾਰਿਆਂ ਦੇ ਅਲੱਗ-ਅਲੱਗ ਚਿੱਤਰ ਬਣ ਚੁੱਕੇ ਹਨ। ਹੁਣ ਇਹਨਾਂ ਵਿੱਚੋਂ ਕਿੰਦੇ ਚਿੱਤਰ ਨੂੰ ਸਹੀ ਕਿਹਾ ਜਾਵੇ ਕਿ ਇਹ ਪਰਮਾਤਮਾ ਦਾ ਚਿੱਤਰ ਹੈ ਜਾਂ ਇਹ ਪਰਮਾਤਮਾ ਦਾ ਚਿੱਤਰ ਨਹੀਂ ਹੈ, ਉਹ ਆਪਾਂ ਨਹੀਂ ਕਰਾਂਗੇ। ਪਰ ਇੱਕ ਕਸੌਟੀ ਜ਼ਰੂਰ ਦੇਵਾਂਗੇ, ਖੁਦ ਬ ਖੁਦ ਜਿੰਦੇ ਨਾਲੋਂ ਪਰਖ ਸਕਣ ਕਿ ਜਿੰਦਾ ਵੀ ਉਹ ਚਿੱਤਰ ਇੱਥੇ ਲੈ ਕੇ ਆਏ, ਉਹਨਾਂ ਨੂੰ ਧਰਮ ਪਿਤਾ ਦੀ ਕੈਟੇਗਰੀ 'ਚ ਰੱਖਿਆ ਜਾ ਸਕਦਾ ਹੈ ਜਾਂ ਦੇਵੀ ਦੇਵਤਾ ਦੀ ਕੈਟੇਗਰੀ ਵਿੱਚ ਰੱਖਿਆ ਜਾ ਸਕਦਾ ਹੈ ਜਾਂ ਉਹਨਾਂ ਨੂੰ ਪਰਮਾਤਮਾ ਕਿਹਾ ਜਾ ਸਕਦਾ ਹੈ। ਕਸੌਟੀ ਲਈ ਸਭ ਤੋਂ ਪਹਿਲੀ ਚੀਜ਼, ਪਹਿਲਾ ਪੁਆਇੰਟ, ਅੱਜ ਤੋਂ ਬਾਅਦ ਪਰਮਾਤਮਾ ਉਹਨੂੰ ਕਵਾਂਗੇ ਜਿਹੜਾ ਕਿ ਯੂਨੀਵਰਸਲੀ ਐਕਸੈਪਟਡ ਹੈ, ਸਰਵ ਧਰਮ ਮਾਨਿਆ ਹੈ, ਜਿਹਨੂੰ ਕਿ ਸਾਰੇ ਧਰਮ ਦਿਲ ਚੋਂ ਪਰਮਾਤਮਾ ਮੰਨ ਰਹੇ ਹਨ। ਹਾਂ, ਮੈਂ ਤੁਹਾਨੂੰ ਕਹਿਣਾ ਚਾਹੁੰਦੀ ਸੀ
ਕਿ ਵੈਸੇ ਕਹਿੰਦੇ ਨੇ ਇਹ ਸਲੋਗਨ ਵੀ ਹੈਗਾ ਹੈ, ਗੋਡ ਇਜ਼ ਵਨ, ਹਾਂ ਪਰ ਜਦੋਂ ਤੁਸੀਂ ਕਿਹਾ ਆਪਣੇ ਮਾਈਂਡ ਦੇ ਸਕਰੀਨ ਤੇ ਪਰਮਾਤਮਾ ਦਾ ਚਿੱਤਰ ਲਿਆਓ ਤੇ ਬਹੁਤ ਸਾਰੇ ਚਿੱਤਰ ਆ ਗਏ। ਬਹੁਤ ਸਾਰੇ ਆ ਗਏ ਹੈ ਨਾ। ਹਾਂਜੀ ਉਸੇ ਪਹੇਲੀ ਨੂੰ ਹੁਣ ਆਪਾਂ ਸੋਲਵ ਕਰ ਰਹੇ ਹਾਂ। ਹਾਂਜੀ ਤੇ ਸਭ ਤੋਂ ਪਹਿਲਾ ਕ੍ਰਾਈਟੇਰੀਆ ਇਹ ਹੈ ਕਿ ਸਾਰੇ ਧਰਮਾਂ ਦੇ ਲੋਕ, ਪੂਰੀ ਦੁਨੀਆ ਦੇ ਲੋਕ ਉਹਨੂੰ ਦਿਲ ਚੋਂ ਪਰਮਾਤਮਾ ਮੰਨਣ। ਹੁਣ ਮੈਂ ਇੱਕ ਪ੍ਰਸ਼ਨ ਪੁੱਛਦੀ ਹਾਂ, ਪਰ ਉਸ ਪ੍ਰਸ਼ਨ ਦਾ ਉੱਤਰ ਦੇਣ ਦੇ ਲਈ ਇੱਕ ਕੰਡੀਸ਼ਨ ਹੈ, ਇੱਕ ਸ਼ਰਤ ਹੈ। ਸ਼ਰਤ ਇਹ ਹੈ ਕਿ ਜਦੋਂ ਤੁਸੀਂ ਉਸ ਪ੍ਰਸ਼ਨ ਦਾ ਜਵਾਬ ਦਿਓਗੇ, ਨਾ ਤਾਂ ਤੁਸੀਂ ਹਿੰਦੂ ਹੋ, ਨਾ ਤੁਸੀਂ ਮੁਸਲਮਾਨ ਹੋ, ਨਾ ਸਿੱਖ, ਨਾ ਈਸਾਈ, ਤੁਸੀਂ ਕੇਵਲ ਮਾਤਰ ਇੱਕ ਹਿਊਮਨ ਬੀਇੰਗ ਹੋ। ਮਨਜ਼ੂਰ ਹੈ? ਬਿਲਕੁਲ ਮਨਜ਼ੂਰ, ਸਾਡੇ ਦਰਸ਼ਕਾਂ ਨੂੰ ਮਨਜ਼ੂਰ ਹੈ? ਆਈ ਐਮ ਸ਼ੋਰ ਮਨਜ਼ੂਰ ਹੈ ਹੋਏਗਾ। ਨਾ? ਹਾਂਜੀ ਜੇਕਰ ਇਹ ਸ਼ਰਤ ਮਨਜ਼ੂਰ ਹੈ ਤਾਂ ਤੁਹਾਨੂੰ ਪਹਿਲਾ ਪ੍ਰਸ਼ਨ ਪੁੱਛਦੀ ਹਾਂ, ਉੱਤਰ ਤੁਸੀਂ ਆਪਣੇ ਮਨ ਦੇ ਵਿੱਚ ਹੀ ਦੇਣਾ ਹੈ ਕਿ ਸ਼੍ਰੀ ਰਾਮਚੰਦਰ ਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਮੁਸਲਮਾਨ ਭਾਈ ਭੈਣ ਪਰਮਾਤਮਾ ਮੰਨਣ ਦੇ ਲਈ ਤਿਆਰ ਹਨ? ਨਹੀਂ। ਪ੍ਰਸ਼ਨ ਨੰਬਰ 2, ਕਿ ਮੁਹੰਮਦ ਪੈਗੰਬਰ ਜੀ ਨੂੰ ਹਾਂਜੀ ਸਾਡੇ ਈਸਾਈ ਧਰਮ ਦੇ ਭਾਈ ਭੈਣ ਪਰਮਾਤਮਾ ਮੰਨਣ ਦੇ ਲਈ ਤਿਆਰ ਹਨ? ਕੁਐਸਚਨ ਨੰਬਰ 3, ਕਿ ਜੀਸਸ ਕ੍ਰਾਈਸਟ ਜੀ ਨੂੰ ਜੈਨ ਧਰਮ ਵਾਲੇ ਭੈਣ ਭਾਈ, ਬੌਧ ਧਰਮ ਵਾਲੇ ਭੈਣ ਭਾਈ ਪਰਮਾਤਮਾ ਮੰਨਣ ਦੇ ਲਈ ਤਿਆਰ ਹਨ? ਕੁਐਸਚਨ ਨੰਬਰ 4, ਕਿ ਜਾਪਾਨ ਦੇ ਲੋਕ, ਈਰਾਨ ਦੇ ਲੋਕ, ਪਾਕਿਸਤਾਨ ਦੇ ਲੋਕ ਦੁਰਗਾ ਮਾਤਾ ਨੂੰ, ਗਣੇਸ਼ ਜੀ ਨੂੰ, ਹਨੂਮਾਨ ਜੀ ਨੂੰ ਪਰਮ ਸ਼ਕਤੀ ਮੰਨਣ ਦੇ ਲਈ ਤਿਆਰ ਹਨ? ਅਸੀਂ ਇੱਕ ਵਾਰ ਕਿਸੇ ਕੰਪਨੀ ਦੇ ਵਿੱਚ ਗਏ ਸੀ, ਇਹੀ ਪ੍ਰਸ਼ਨ ਪੁੱਛੇ, ਬਾਅਦ ਦੇ ਵਿੱਚ ਉਹਨਾਂ ਦਾ ਕੋਈ ਟੌਪ ਮੈਨੇਜਰੀਅਲ ਸਟਾਫ ਦੇ ਪਿੱਛੇ ਆਏ ਤੇ ਕਿਹਾ, ਜਦੋਂ ਦੀਦੀ ਤੁਸੀਂ ਇਹ ਪਹਿਲੇ ਹੀ ਪੁਆਇੰਟ ਦੇ ਵਿੱਚ ਕੁਐਸਚਨ ਪੁੱਛੇ, ਜਿੰਨੀ ਮੈਂ ਅੱਜ ਤੱਕ ਪਰਮਾਤਮਾ ਦੇ ਬਾਰੇ 'ਚ ਇੰਨੀ ਲੰਬੀ ਲਿਸਟ ਬਣਾ ਰੱਖੀ ਸੀ, ਪੂਰੀ ਦੀ ਪੂਰੀ ਡਿਲੀਟ ਹੋ ਗਈ। ਦੂਸਰਾ ਪੁਆਇੰਟ, ਅੱਜ ਤੋਂ ਬਾਅਦ ਪਰਮਾਤਮਾ ਉਹਨੂੰ ਕਵਾਂਗੇ ਜਿਹੜਾ ਕਿ ਸੁਪਰੀਮ ਅਥਾਰਟੀ ਹੈ। ਸੁਪਰੀਮ ਅਥਾਰਟੀ ਮਾਨਾ ਸਰਵੋੱਚ ਹੈ। ਹਾਂਜੀ ਸਰਵੋੱਚ ਮਾਨਾ ਜਿਹੜਾ ਸਾਰਿਆਂ ਤੋਂ ਉੱਚਾ ਹੈ। ਬਿਲਕੁਲ ਸਾਰਿਆਂ ਤੋਂ ਉੱਚਾ ਦਾ ਮਤਲਬ ਜਿੰਦਾ ਨਾ ਕੋਈ ਮਾਤਾ, ਨਾ ਕੋਈ ਪਿਤਾ, ਨਾ ਕੋਈ ਬੰਧੂ, ਨਾ ਕੋਈ ਰਕਸ਼ਕ, ਨਾ ਕੋਈ ਸਿੱਖਸ਼ਕ, ਉਹਨੂੰ ਪੜਾਉਣ ਵਾਲਾ ਵੀ ਨਹੀਂ ਹੁੰਦਾ, ਕੋਈ ਗੁਰੂ ਵੀ ਨਹੀਂ। ਕਿਉਂ? ਤੁਸੀਂ ਜਰਾ ਸੋਚਣਾ, ਅਗਰ ਪਰਮਾਤਮਾ ਨੂੰ ਵੀ ਕਿਸੇ ਮਾਂ ਨੇ ਜਨਮ ਦਿੱਤਾ ਹੁੰਦਾ, ਅਸੀਂ ਪ੍ਰਸ਼ਨ ਪੁੱਛਣਾ ਸੀ, ਉਹਦੀ ਮਾਂ ਨੂੰ ਕਿਸਨੇ ਪੈਦਾ ਕੀਤਾ? ਪੁੱਛਣਾ ਸੀ ਜਾਂ ਨਹੀਂ ਪੁੱਛਣਾ ਸੀ ਸੁਨੈਨਾ ਜੀ? ਹੈ ਨਾ? ਹਾਂਜੀ ਪੁੱਛਣਾ। ਦਿਲ ਦੀ ਡਾਇਰੀ ਤੇ ਅੱਜ ਲਿਖ ਲੈਣਾ, ਪਰਮਾਤਮਾ ਕਿਸੇ ਮਾਂ ਦੇ ਗਰਭ ਦੁਆਰਾ ਜਨਮ ਨਹੀਂ ਲੈਂਦਾ। ਇਸ ਲਈ ਉਹਦਾ ਇੱਕ ਨਾਮ ਹੈ ਸਵੈੰਭੂ। ਗੁਰਬਾਣੀ ਦੇ ਵਿੱਚ ਨਾਮ ਆਂਦਾ ਅਜੂਨੀ ਸੈਭੰਗ। ਉਹਨੂੰ ਕਿਸੇ ਮਾਤਾ ਪਿਤਾ ਨੇ ਜਨਮ ਨਹੀਂ ਦਿੱਤਾ, ਉਹ ਪੂਰੇ ਵਿਸ਼ਵ ਦਾ ਮਾਤਾ ਪਿਤਾ ਹੈ ਨਾ? ਇਸ ਲਈ ਸੈਲਫ ਕ੍ਰੀਏਟਰ, ਸੈਭੰਗ ਮਨਾ ਹੁੰਦਾ ਸੈਲਫ ਕ੍ਰੀਏਟਰ, ਉਸਨੂੰ ਕਿਸੇ ਨੇ ਕ੍ਰੀਏਟ ਨਹੀਂ ਕੀਤਾ। ਤੀਸਰਾ ਪੁਆਇੰਟ ਜਿਹੜਾ ਧਿਆਨ ਵਿੱਚ ਰੱਖਾਂਗੇ ਅੱਜ ਤੋਂ ਬਾਅਦ, ਪਰਮਾਤਮਾ ਉਸਨੂੰ ਕਵਾਂਗੇ ਜਿਹੜਾ ਕਿ ਡਿਟੈਚਡ ਹੈ, ਨਿਆਰਾ ਹੈ। ਔਰ ਨਾਲ ਇੱਕ ਸ਼ਬਦ ਹੋਰ ਧਿਆਨ 'ਚ ਰੱਖਾਂਗੇ, ਯੂਨੀਕ ਪਰਸਨੈਲਿਟੀ। ਨਿਆਰਾ ਕਿਸ ਕਿਸ ਚੀਜ਼ ਤੋਂ ਹੈ ਸੁਨੈਨਾ ਜੀ? ਪਰਮਾਤਮਾ 4 ਚੀਜ਼ਾਂ ਤੋਂ ਨਿਆਰਾ ਹੈ। ਪਹਿਲਾ, ਜਨਮ ਮਰਨ ਤੋਂ ਨਿਆਰਾ ਹੈ। ਦੂਸਰਾ, ਕਰਮ ਫਲ ਤੋਂ ਨਿਆਰਾ ਹੈ। ਤੀਸਰਾ, ਪਾਪ ਪੁੰਨ ਤੋਂ ਨਿਆਰਾ ਹੈ। ਔਰ ਚੌਥਾ, ਸੁਖ ਦੁੱਖ ਤੋਂ ਨਿਆਰਾ ਹੈ। ਪਰਮਾਤਮਾ ਜਨਮ ਮਰਨ ਤੋਂ ਨਿਆਰਾ ਹੈ। ਤੁਸੀਂ ਥੋੜੀ ਦੇਰ ਲਈ ਸੋਚਣਾ, ਜਦੋਂ ਹੀ ਆਪਾਂ ਜਨਮ ਲੈਂਦੇ ਆ ਤਾਂ ਆਪਣਾ ਕਿਹੜਾ ਪੀਰੀਅਡ ਸ਼ੁਰੂ ਹੋ ਜਾਂਦਾ? ਇਨਫੈਂਸੀ ਪੀਰੀਅਡ, ਚਾਈਲਡਹੁੱਡ ਪੀਰੀਅਡ। ਉਸ ਤੋਂ ਬਾਅਦ ਅਡੋਲੈਸੈਂਟ ਏਜ, ਹੈ ਨਾ? ਉਸ ਤੋਂ ਬਾਅਦ ਅਡਲਟਹੁੱਡ ਏਜ, 올ਡ ਏਜ, ਹੈ ਨਾ? ਹਾਂਜੀ ਉਸ ਤੋਂ ਬਾਅਦ ਮ੍ਰਿਤੂ, ਫਿਰ ਦੁਬਾਰਾ ਤੋਂ ਜਨਮ। ਅਸੀਂ ਜਨਮ ਮਰਨ ਦੇ ਚੱਕਰ ਦੇ ਵਿੱਚ ਆਨੇ ਆ। ਹੁਣ ਅੱਜ ਤੁਸੀਂ ਥੋੜੀ ਦੇਰ ਲਈ ਸੋਚਣਾ ਕਿ ਅਸੀਂ ਕਹਿ ਸਕਦੇ ਹਾਂ ਕਿ ਇੰਨੀ ਈਸਵੀ ਨੂੰ ਪਰਮਾਤਮਾ ਦਾ ਜਨਮ ਹੋਇਆ ਸੀ, ਇੰਨੀ ਈਸਵੀ ਤੱਕ ਪਰਮਾਤਮਾ ਜਵਾਨ ਹੋ ਗਿਆ ਸੀ, ਇੰਨੀ ਈਸਵੀ ਨੂੰ ਪਰਮਾਤਮਾ ਬੁੱਢਾ ਹੋ ਗਿਆ, ਲਾਠੀ ਨਾਲ ਚੱਲਣ ਲੱਗਿਆ, ਤੇ ਇੰਨੀ ਈਸਵੀ ਨੂੰ ਪਰਮਾਤਮਾ ਨੇ ਸਰੀਰ ਛੋੜਤਾ। ਕਹਿ ਸਕਦੇ ਹਾਂ? ਨਹੀਂ ਤੁਹਾਡਾ ਦਿਲ ਐਕਸੈਪਟ ਕਰ ਰਿਹਾ ਇਸ ਚੀਜ਼ ਨੂੰ? ਨਹੀਂ ਕਿਸੇ ਗੁਰੂ ਜੀ ਲਈ ਕਹਿ ਸਕਦੇ ਹਾਂ, ਹਾਂਜੀ, ਕਿਸੇ ਹਾਂਜੀ। ਦੇਵੀ ਦੇਵਤਾ ਦੇ ਲਈ ਕਹਿ ਸਕਦੇ ਹਾਂ, ਬਿਲਕੁਲ। ਲੇਕਿਨ ਪਰਮਾਤਮਾ ਨੇ ਹੀ ਸਰੀਰ ਛੋੜਤਾ, ਨਹੀਂ ਹੋ ਸਕਦਾ। ਇਹ ਠੀਕ ਹੈ ਨਹੀਂ ਨਾ? ਲੱਗਦਾ, ਸੁਣਨ ਵਿੱਚ ਹੀ ਨਹੀਂ ਠੀਕ ਲੱਗਦਾ। ਸੁਣਨ ਵਿੱਚ ਹੀ ਠੀਕ ਨਹੀਂ ਲੱਗਦਾ, ਹੈ ਨਾ? ਦੂਜਾ ਕਿਹਾ ਕਿ ਕਰਮ ਫਲ ਤੋਂ ਵੀ ਉਹ ਨਿਆਰਾ ਹੈ। ਦੇਖੋ, ਆਪਾਂ ਆਤਮਾਵਾਂ ਕਰਮ ਫਲ ਤੋਂ ਨਿਆਰੀਆਂ ਨਹੀਂ ਹੋ ਸਕਦੇ। ਬ੍ਰਹਮਾ ਕੁਮਾਰੀਜ਼ ਦੀ ਇੱਕ ਬਹੁਤ ਸੁੰਦਰ ਇੱਕ ਫਿਲਾਸਫੀ ਹੈ, ਜਿਵੇਂ ਆਪਾਂ ਕਹਿੰਦੇ ਆ ਨਾਮ ਜਪੋ, ਵੰਡ ਛਕੋ, ਹੈ ਨਾ? ਤੇ ਐਸੇ ਤਰੀਕੇ ਨਾਲ ਕਿ ਐਕਸ਼ਨ ਓਰੀਐਂਟਡ ਫਿਲਾਸਫੀ ਹੈ ਇਹ।
ਤੁਹਾਨੂੰ ਕਿਤੇ ਜੰਗਲਾਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸੰਨਿਆਸ ਨਹੀਂ ਲੈ ਸਕਦੇ, ਗੇਰੂਆ ਵਸਤਰ ਪਹਿਨ ਲਏ, ਆਪਾਂ ਕਮੰਡਲ ਹੱਥ ਦੇ ਵਿੱਚ ਲੈ ਲਿਆ ਤੇ ਆਪਾਂ ਜੰਗਲਾਂ ਦੇ ਵਿੱਚ ਭਾਲਣ ਲਈ ਉਹਨੂੰ ਚਲੇ ਗਏ, ਨਹੀਂ ਜ਼ਰੂਰਤ ਹੈ। ਆਪਾਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕਰਮ ਕਰਦੇ ਹੋਏ ਹੀ ਪਰਮਾਤਮਾ ਨੂੰ ਪਾ ਸਕਦੇ ਹਾਂ। ਪਰ ਕਿਉਂਕਿ ਇਹ ਸਰੀਰ ਹੈ, ਇਹਨੂੰ ਸਵੇਰੇ ਉੱਠਦੇ ਹੀ ਕੀ ਚਾਹੀਦਾ ਹੈ? ਭੋਜਨ ਚਾਹੀਦਾ ਹੈ। ਫਿਰ ਸਾਨੂੰ ਦੂਸਰਿਆਂ ਦੇ ਅੱਗੇ ਹੱਥ ਫੈਲਾਣੇ ਪੈਣਗੇ। ਇਸ ਕਰਕੇ ਜਦੋਂ ਆਪਾਂ ਇਸ ਸਰੀਰ ਦੇ ਵਿੱਚ ਆਤਮਾ ਹੈ, ਇਹ ਕਰਮ ਕਰੇ ਬਿਨਾਂ ਰਹਿ ਨਹੀਂ ਸਕਦੀ। ਬ੍ਰਹਮਾ ਕੁਮਾਰੀ ਦੀ ਫਿਲਾਸਫੀ ਦੇ ਅਨੁਸਾਰ ਕਰਮ ਸੰਨਿਆਸ ਨਹੀਂ ਲਿੱਤਾ ਜਾ ਸਕਦਾ। ਹਾਂ, ਅਸੀਂ ਕ੍ਰੋਧ ਤੋਂ ਸੰਨਿਆਸ ਲੈ ਸਕਦੇ ਹਾਂ, ਅਸੀਂ ਹੋਰ ਵਿਕਾਰਾਂ ਤੋਂ, ਹੰਕਾਰ ਤੋਂ, ਲੋਭ ਤੋਂ, ਮੋਹ ਤੋਂ ਸੰਨਿਆਸ ਲੈ ਸਕਦੇ ਹਾਂ। ਤੇ ਜਦੋਂ ਆਤਮਾ ਕਰਮ ਕਰਦੀ ਹੈ ਤੇ ਉਹਨੂੰ ਫਲ ਮਿਲਣਾ ਨਿਸ਼ਚਿਤ ਹੀ ਹੈ। ਤੇ ਜੇਕਰ ਆਪਾਂ ਕਰਮਾਂ ਦੀ ਮੇਜਰ ਕਲਾਸੀਫਿਕੇਸ਼ਨ ਦੇਖੀਏ ਤਾਂ ਦੋ ਹੀ ਤਰ੍ਹਾਂ ਦੇ ਮੇਨ ਕਰਮ ਹੁੰਦੇ ਆ, ਪੁੰਨ ਕਰਮ ਤੇ ਪਾਪ ਕਰਮ। ਤੇ ਉਹਨਾਂ ਪਾਪ ਔਰ ਪੁੰਨ ਦੇ ਹਿਸਾਬ ਦੇ ਨਾਲ ਹੀ ਸਾਨੂੰ ਸੁੱਖ ਜਾਂ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਤੁਸੀਂ ਜਰਾ ਸੋਚਣਾ ਕਿ ਅਸੀਂ ਪਰਮਾਤਮਾ ਦੇ ਲਈ ਇਹ ਸ਼ਬਦ ਇਸਤੇਮਾਲ ਕਰ ਸਕਦੇ ਹਾਂ ਕਿ ਅੱਜ ਪਰਮਾਤਮਾ ਨੇ ਬਹੁਤ ਪੁੰਨ ਦਾ ਕੰਮ ਕੀਤਾ ਔਰ ਅੱਜ ਤਾਂ ਪਰਮਾਤਮਾ ਨੇ ਬਹੁਤ ਪਾਪ ਕੀਤਾ। ਅੱਜ ਪਰਮਾਤਮਾ ਬਹੁਤ ਦੁਖੀ ਬੈਠਾ ਸੀ, ਅੱਜ ਪਰਮਾਤਮਾ ਬਹੁਤ ਸੁਖੀ ਬੈਠਾ ਸੀ। ਇਹ ਸ਼ਬਦ ਸਾਰੇ ਕਿੰਦੇ ਤੇ ਲਾਗੂ ਹੁੰਦੇ ਹਨ? ਅਸੀਂ ਆਤਮਾਵਾਂ ਦੇ ਉੱਤੇ। ਪਰਮਾਤਮਾ ਇਹਨਾਂ ਚਾਰਾਂ ਚੀਜ਼ਾਂ ਤੋਂ ਨਿਆਰਾ ਹੈ। ਇਸ ਲਈ ਜਦੋਂ ਜਦੋਂ ਅਸੀਂ ਕਲਾਸ ਦੇ ਵਿੱਚ, ਇੱਕ ਪਰਸਨੈਲਿਟੀ ਦਾ ਲੈਸਨ ਤੁਹਾਨੂੰ ਪਤਾ ਹੋਏਗਾ ਬੀਐਡ ਦੇ ਵਿੱਚ ਇੱਕ ਟੌਪਿਕ ਹੈ, ਜਦੋਂ ਜਦੋਂ ਇਹ ਟਰਮ ਐਟਲੀਸਟ ਮੈਂ ਕਲਾਸ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ, ਜ਼ਰੂਰ ਸਟੂਡੈਂਟਸ ਨੂੰ ਪੁੱਛਦੇ ਹਾਂ ਕਿ ਕਦੀ ਉਸ ਪਰਸਨੈਲਿਟੀ ਬਾਰੇ ਸੋਚਿਆ? ਦੁਨੀਆ ਦੇ ਵਿੱਚ ਮੇਲ ਦਾ ਰੋਲ ਅਦਾ ਕਰ ਰਹੇ ਆ, ਫੀਮੇਲ ਦਾ ਰੋਲ ਅਦਾ ਕਰ ਰਹੇ ਆ। ਉਹ ਕੈਸੀ ਹਸਤੀ, ਕੈਸੀ ਸ਼ਖਸੀਅਤ ਜਿੰਦੇ ਲਈ ਅਸੀਂ ਕਹਿ ਰਹੇ ਹਾਂ ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧੂ, ਤੂੰ ਮੇਰਾ ਭਰਾਤਾ। ਡੋਂਟ ਯੂ ਥਿੰਕ ਇਟਸ ਅ ਬਿਊਟੀਫੁਲ ਪਜ਼ਲ? It is. Don't you think it's a beautiful riddle? It is. Really you want to solve this riddle? Yes, yes. You are curious to know, है ना? Yes. परमात्मा कैसा होएगा, ਜਿਹਨੂੰ ਹਾਂਜੀ। ਅਸੀਂ ਮਾਂ ਵੀ ਕਹਿ ਰਹੇ ਹਾਂ, ਪਿਤਾ ਵੀ ਕਹਿ ਰਹੇ ਹਾਂ। ਲੇਕਿਨ ਉਦੋਂ ਪਹਿਲਾਂ ਆਪਾਂ ਇੱਕ ਹੋਰ ਭ੍ਰਾਂਤੀ ਨੂੰ ਦੂਰ ਕਰ ਲਈਏ। ਦੇਖੀਏ, ਇੱਕ ਹੋਰ ਪ੍ਰਸ਼ਨ ਤੁਹਾਨੂੰ ਪੁੱਛਦੀ ਹਾਂ, ਉਹਦੀ ਵੀ ਸ਼ਰਤ ਇਹ ਹੈ ਕਿ ਤੁਸੀਂ ਕੇਵਲ ਇੱਕ ਹਿਊਮਨ ਬੀਇੰਗ ਹੋ ਜਦੋਂ ਤੁਸੀਂ ਇਸ ਚੀਜ਼ ਦਾ ਆਨਸਰ ਕਰ ਰਹੇ ਹੋ। ਆਪਣੇ ਆਪ ਨੂੰ ਕਿਸੇ ਟੈਗ ਦੇ ਵਿੱਚ ਨਹੀਂ ਲੈ ਕੇ ਆਣਾ ਕਿ ਮੈਂ ਇੱਕ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਇਸ ਧਰਮ ਪੁਸਤਕ ਦਾ ਪਾਠ ਕਰਦਾ ਹਾਂ। ਇਸ ਚੀਜ਼ ਦੇ ਉੱਤੇ ਧਿਆਨ ਨਹੀਂ ਲੈ ਕੇ ਆਣਾ। ਦੇਖੀਏ, 4 ਵਿਅਕਤੀ ਪਰਮਾਤਮਾ ਦੇ ਦਰਬਾਰ ਤੇ ਜਾਂਦੇ ਆ। ਪਹਿਲਾ ਜਾ ਕਰਕੇ ਕਹਿੰਦਾ ਹੈ तुम ही हो माता पिता, तुम ही हो बंधु सखा, तुम ही हो। दूसरा जा करके कहता है तमेव माता च पिता तमेव, तमेव बंधु च सखा तमेव। तीसरा जा करके कहता तुम मात पिता हम बारिक तेरे, तुम्हारी कृपा में सुख घनेरे। और चौथा जा करके कहता है यू आर माई मदर, यू आर माई फादर, यू आर एवरीथिंग फॉर मी। सुनैना जी, प्रश्न ये है उन्हां चारां दे विचों परमात्मा किस दी अरदास पहला सुनेगा? परमात्मा नूं किहड़ी भाषा चंगी लगदी है? की तुहाडा दिल कहंदा है कुरान शरीफ दे लिखी भाषा परमात्मा नूं ज़्यादा पसंद है, होली बाइबल दे विच लिखी ज़्यादा भाषा पसंद है, जां कोई संस्कृत दा बहुत मुश्किल जा मंत्र उहदे सामने आपां उच्चारण करिए? परमात्मा किहड़ी भाषा समझदा है? जेकर मैं तुहानूं इक्को ही लाइन दे विच उत्तर देवां, परमात्मा प्रेम की भाषा समझदा है, परमात्मा मौन की भाषा समझदा है, परमात्मा आंसुओं की भाषा समझदा है, हंझुआं की भाषा समझदा है। गल तां इह है जिन्ना प्यार गहरा हुंदा है उन्ने शब्द घट हुंदे आ। देखो किसी माँ का बेटा मान लो फॉरन चला गया, विदेश दे विच चला गया, 20 साल पहला गया और अज वापस आ रहा है। हाँ जी। जदों वो माँ उस बच्चे नूं मिलेगी तो उन्होंने एक कहने की जरूरत नहीं है कि हफ्ता पहला तो जो तू गया सी हफ्ता बाद इदां लग्या, साल बाद इदां लग्या, फिर मैनूं इदां लग्या। उन्दियां अखां चों 2 आंसू अपने बेटे नूं मिल के गिर जाते हैं तो 21 सालां दी गाथा कह दिंदे है, है ना? तो इसलिए परमात्मा दे बारे विच कि यह किस तरह हौली हौली आपां इस पहेली नूं सुलझाते जा रहे हैं। तुसी डॉक्टर सीमा, तुसी क्या परमात्मा सर्व धर्म माननीय होना चाहिए है? बिल्कुल। तुसी सानू दसो, क्योंकि अलग अलग धर्म अलग अलग हाँ। जिस तरह
ਪਰ ਤੁਸੀਂ ਇਹ ਕਿਸ ਤਰ੍ਹਾਂ ਕਹਿ ਰਹੇ ਹੋ? ਕਿਉਂਕਿ ਮੈਂ ਸਮਝ ਸਕਦੀ ਹਾਂ ਤੁਹਾਡੀ ਹੁਣ ਕਿਉਰਿਓਸਿਟੀ ਵਧੀ ਜਾ ਰਹੀ ਹੈ ਹਾਂਜੀ। ਕਿ ਕੌਣ ਹੋਏਗਾ ਉਹ ਹਸਤੀ ਜਿਹਨੂੰ ਕਿ ਪੂਰੇ ਧਰਮ ਉਸ ਨੂੰ ਮੰਨ ਰਹੇ ਹੈ ਨਾ। ਕਿਉਂਕਿ ਦੇਖੀਏ ਮੁਸਲਮਾਨ ਆਪਾਂ- ਜਿਹੜੇ ਨੇ ਉਹ ਕੁਰਾਨ ਸ਼ਰੀਫ ਨੂੰ ਮੰਨਦੇ ਹੈ, ਹਾਂ ਸਰਦਾਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੈ। ਬਿਲਕੁਲ, ਮੈਸੇਜ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦਾ ਹੀ ਹੈ। ਉਹ ਇਸ ਤਰ੍ਹਾਂ ਨਹੀਂ ਹੈ ਸਾਰੇ ਸਿਰ ਮਸਤਕ ਅਸੀਂ ਸਭ ਦੇ ਅੱਗੇ ਝੁਕਾਉਂਦੇ ਹਾਂ। ਸਿਰਫ ਉਹ ਇੱਕ ਉਦਾਹਰਨ ਇਸ ਲਈ ਸੀਗੀ ਕਿ ਆਪਾਂ ਇਹ ਨਹੀਂ ਹੈ ਕਿਉਂਕਿ ਧਰਮ ਦੇ ਨਾਮ ਦੇ ਨਾਲ ਅਸੀਂ ਜੋ ਆਸ-ਪਾਸ ਆਪਣੇ ਸਾਹਮਣੇ ਦੀਵਾਰਾਂ ਬਣਾ ਲਿੱਤੀਆਂ, ਜਦੋਂ ਆਪਾਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਦਿੰਨੇ ਆ, ਉਹ ਦੀਵਾਰਾਂ ਜਿਹੜੀਆਂ ਸੂਖਸ਼ਮ ਦੀਵਾਰਾਂ ਜਿਹੜੀਆਂ ਕਿ ਅੱਖਾਂ ਦੁਆਰਾ ਦਿਖਾਈ ਨਹੀਂ ਦੇ ਰਹੀਆਂ, ਉਹ ਢਹਿ ਜਾਂਦੀਆਂ ਤੇ ਆਪਾਂ ਉਹਨਾਂ ਤੋਂ ਬਾਹਰ ਆ ਜਾਂਦੇ ਹਾਂ। ਤਾਂ ਇੱਕ ਸੋਚ ਦਾ ਦਾਇਰਾ ਵੱਡਾ ਕਰਨ ਦੇ ਲਈ ਇੱਕ ਉਦਾਹਰਨ ਦਿੱਤੀ ਹੈ। ਕੋਈ ਸਥੂਲ ਦੇ ਵਿੱਚ ਜਾਂ ਕੋਈ ਉਸ ਟਾਈਪ ਨਾਲ ਲਿਟਰਲ ਮੀਨਿੰਗ ਦੇ ਹਿਸਾਬ ਨਾਲ ਨਹੀਂ ਸੀਗਾ, ਜਾਂ ਕਿਸੇ ਨੂੰ ਆਪਾਂ ਕੋਈ ਕੁਛ ਹਾਨੀ ਪਹੁੰਚਾਉਣ ਦੇ ਲਈ ਜਾਂ ਕਿਸੇ ਨੂੰ ਹਰਟ ਕਰਨ ਦੇ ਲਈ ਉਸ ਟਾਈਪ ਨਾਲ ਨਹੀਂ, ਸਿਰਫ ਅਸੀਂ ਕਿ ਆਪਣਾ ਇੱਕ ਸੋਚ ਦਾ ਦਾਇਰਾ ਨੂੰ ਵੱਡਾ ਕਰ ਸਕੀਏ। ਤੇ ਜ਼ਰੂਰ ਜਿਹੜੇ ਸੱਚਮੁੱਚ ਇਸ ਟਾਈਪ ਨਾਲ ਸਾਡੇ ਦਰਸ਼ਕ ਸੁਣ ਰਹੇ ਔਰ ਨਾਲ ਨਾਲ ਇਸ ਐਕਟੀਵਿਟੀ ਨੂੰ ਉਵੇਂ ਉਵੇਂ ਸੋਚ ਵੀ ਰਹੇ ਹਨ, ਜ਼ਰੂਰ ਉਹਨਾਂ ਨੂੰ ਇੱਕ ਨਵੀਂ ਰਾਹ ਜ਼ਿੰਦਗੀ ਦੇ ਵਿੱਚ ਮਿਲੇਗੀ। ਪਰਮਾਤਮਾ ਉਹਨੂੰ ਕਵਾਂਗੇ ਜਿਹੜਾ ਸਰਵੱਗੀ ਹੈ। ਸਰਵੱਗੀ ਮਾਨਾ ਸਭ ਕੁਝ ਜਾਣਦਾ ਹੈ। ਇਸ ਲਈ ਪਰਮਾਤਮਾ ਦਾ ਇੱਕ ਨਾਮ ਹੈ ਤਰਲੋਕੀ ਨਾਥ, ਤਿੰਨਾਂ ਲੋਕਾਂ ਦਾ ਨਾਥ। ਉਹਦੇ ਲਈ ਸ਼ਬਦ ਇਸਤੇਮਾਲ ਹੁੰਦਾ ਤ੍ਰਿਕਾਲਦਰਸ਼ੀ, ਉਹ ਤਿੰਨਾਂ ਕਾਲਾਂ ਨੂੰ ਜਾਣਨ ਵਾਲਾ ਹੈ। ਅਸੀਂ ਤਾਂ ਇਹ ਵੀ ਨਹੀਂ ਜਾਣਦੇ ਪਿਛਲੇ ਜਨਮ 'ਚ ਕਿਹੜੇ ਪਰਿਵਾਰ 'ਚ ਪੈਦਾ ਹੋਏ ਸੀ, ਹੈ ਨਾ, ਅਗਲਾ ਸਾਡਾ ਭਵਿੱਖ ਕੀ ਹੋਵੇਗਾ, ਲੇਕਿਨ ਪਰਮਾਤਮਾ ਦੇ ਲਈ ਸ਼ਬਦ ਇਸਤੇਮਾਲ ਹੁੰਦਾ ਤ੍ਰਿਕਾਲਦਰਸ਼ੀ, ਹੈ ਨਾ। ਪਰਮਾਤਮਾ ਹੁਣ ਥੋੜੀ ਜਿਹੀ ਆਪਾਂ ਜੇਕਰ ਤੁਸੀਂ ਕਹਿੰਦੇ ਹੋ ਪਹਿਲੀ ਨੂੰ ਆਪਾਂ ਥੋੜਾ ਸੁਲਝਾ ਲਈਏ, ਸਾਡੇ ਦਰਸ਼ਕ ਵੀ ਉਤਸਕ ਹੋਣਗੇ ਕਿ ਇੰਨੀ ਦੇਰ ਦੇ ਆਪਾਂ ਗੱਲ ਕਰ ਰਹੇ ਹਾਂ ਪਰ ਹਾਲੇ ਤੱਕ ਪਤਾ ਨਹੀਂ ਚੱਲਿਆ ਕਿ ਉਹ ਕਿੱਦਾਂ ਦਾ ਹੈ, ਕਿੱਥੇ ਰਹਿੰਦਾ ਹੈ ਨਾ। ਦੇਖੀਏ, ਪਰਮਾਤਮਾ ਬਾਰੇ ਸਮਝਣ ਦੇ ਲਈ ਆਪਾਂ ਪਹਿਲਾਂ ਇੱਕ ਸ਼ਬਦ ਸਮਝਾਂਗੇ, ਨਿਰਗੁਣ। ਅਕਸਰ ਕਰਕੇ ਨਿਰਗੁਣ ਦਾ ਅਰਥ ਕਰ ਦਿੱਤਾ ਜਾਂਦਾ ਹੈ ਕਿ ਜਿੰਦੇ 'ਚ ਕੋਈ ਗੁਣ ਨਹੀਂ, ਇਹ ਅਰਥ ਦਾ ਅਨਰਥ ਹੋ ਜਾਏਗਾ। ਪ੍ਰਕਿਰਤੀ ਦੇ ਵਿੱਚ 3 ਗੁਣ ਹਨ, ਸਤੋ ਰਜੋ ਤਮੋ। ਪਰਮ ਪਿਤਾ ਪਰਮਾਤਮਾ ਉਹ ਅਕਾਲ ਪੁਰਖ ਇਹਨਾਂ 3 ਗੁਣਾਂ ਤੋਂ ਉੱਪਰ ਹੈ, ਇਸ ਲਈ ਉਹਨੂੰ ਕੀ ਕਿਹਾ ਜਾਂਦਾ ਹੈ, ਨਿਰਗੁਣ। ਇੱਕ ਹੋਰ ਸ਼ਬਦ ਆਂਦਾ ਹੈ ਨਿਰਾਕਾਰ, ਹੈ ਨਾ। ਤੇ ਨਿਰਾਕਾਰ ਦਾ ਕੀ ਅਰਥ ਹੈ? ਕਦੀ ਵੀ ਇਹ ਅਰਥ ਨਹੀਂ ਲੈਣਾ ਜਿੰਦਾ ਕੋਈ ਆਕਾਰ ਨਹੀਂ, ਨੋ। ਪਹਿਲਾਂ ਬੁੱਧੀ ਦੇ ਵਿੱਚ ਇੱਕ ਸ਼ਬਦ ਲਿਆਣਾ ਸਾਕਾਰ। ਸਾਕਾਰ ਮਾਨਾ ਜਿਸ ਦੀ ਆਪਣੀ ਦੇਹ ਹੈ, ਜਿਸ ਦਾ ਆਪਣਾ ਸਰੀਰ ਹੈ, ਔਰ ਨਿਰਾਕਾਰ ਮਾਨਾ ਜਿਸ ਦਾ ਆਪਣਾ ਕੋਈ ਸਰੀਰ ਨਹੀਂ ਹੈ, ਹੈ ਨਾ। ਹੁਣ ਕਿਉਰਿਓਸਿਟੀ ਹੋਰ ਵੱਧ ਗਈ ਹੋਣੀ ਹੈ ਨਾ, ਕਿ ਫਿਰ ਉਹ ਕਿਸ ਤਰ੍ਹਾਂ ਦਾ ਹੈ। ਪੂਰੇ ਮੰਦਿਰ ਦੇ ਵਿੱਚ ਕਿਤੇ ਵੀ ਤੁਸੀਂ ਦੇਖੋਗੇ ਇੱਕੋ ਹੀ ਮੂਰਤੀ ਏਦਾਂ ਦੀ ਦਿਖਾਈ ਜਾਂਦੀ ਹੈ ਜਿੰਦਾ ਕੋਈ ਵੀ ਸਰੀਰ ਨਹੀਂ ਹੁੰਦਾ, ਹੈ ਨਾ। ਜਿਵੇਂ ਤੁਸੀਂ ਦੇਖੋਗੇ ਦੁਰਗਾ ਮਾਤਾ ਹੈ, ਸ਼ੰਕਰ ਜੀ ਹੈ, ਪਾਰਵਤੀ ਜੀ, ਵਿਸ਼ਨੂੰ, ਨਾਰਾਇਣ, ਜੋ ਵੀ ਜਿੰਨੀਆਂ ਵੀ ਮੂਰਤੀਆਂ, ਹਨੂਮਾਨ ਜੀ, ਗਣੇਸ਼ ਜੀ, ਸਭ ਦੀ ਬਾਡੀ ਦਿਖਾਈ ਗਈ ਹੈ। ਕਿਸੇ ਇੱਕ ਕੋਨੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿਤੇ 5 ਦਾ ਪਰਿਵਾਰ ਦਿਖਾਇਆ ਜਾਂਦਾ ਹੈ, ਸ਼ੰਕਰ ਜੀ, ਪਾਰਵਤੀ ਜੀ, ਗਣੇਸ਼ ਜੀ, ਕਾਰਤਿਕੇ, ਨੰਦੀ ਗਣ, ਔਰ ਸੈਂਟਰ ਦੇ ਵਿੱਚ ਕੀ ਹੁੰਦਾ, ਜਿਸ ਦਾ ਸ਼ਿਵਲਿੰਗ, ਜਿਸ ਦਾ ਕਿ ਨਾ ਅੱਖ, ਨਾ ਕੰਨ, ਨਾ ਮੂੰਹ, ਕੁਝ ਵੀ ਨਹੀਂ ਦਿਖਾਇਆ ਜਾਂਦਾ, ਹੈ ਨਾ। ਉਹ ਹੈ ਜਿੰਦੇ ਸਾਹਮਣੇ ਆਪਾਂ ਜਾ ਕੇ ਕਹਿੰਦੇ ਆ ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ। ਦੇਖੋ ਜਿੰਨੀਆਂ ਵੀ ਮੂਰਤੀਆਂ ਦੁਰਗਾ ਦੇ ਸਾਹਮਣੇ, ਜਿੰਨੀਆਂ ਵੀ ਫੀਮੇਲ ਡੇਟੀਜ਼ ਦਿਖਾਈਆਂ ਗਈਆਂ, ਉਹਨਾਂ ਨੂੰ ਆਪਾਂ ਕੀ ਕਹਿ ਕੇ ਪੁਕਾਰਦੇ ਹਾਂ, ਮਾਂ ਕਹਿ ਕੇ ਪੁਕਾਰਦੇ ਹਾਂ, ਨਾ, ਜਾਗਰਣ ਕਰਦੇ ਹਾਂ। ਸਰਸਵਤੀ ਮਾਤਾ, ਲక్ష్ਮੀ ਮਾਤਾ, ਹੈ ਨਾ, ਦੁਰਗਾ ਮਾਤਾ। ਕਦੀ ਸੁਣਿਆ ਤੁਸੀਂ ਕਿਸੇ ਨੇ ਉਹਨੂੰ ਪਿਤਾ ਕਿਹਾ ਹੋਏ? हे दुर्गा पिता नहीं किया, है ना, सुनिया ना। तो जिन्ने भी मेल डेटीज दिखाए गए हैं, शंकर जी हैं, गणेश जी हैं, उन्होंने दे लिए की शब्द इस्तेमाल हो सकता है, पिता हो सकता है, पर कदे तुसी शंकर माता जी, गणेश माता जी, हनुमान माता जी सुने नहीं सुनिया ना। तो ये सारे की हैं 33 करोड़ देवी देवताएं हैं जिन्हों ने जन्म लिता आम ह्यूमन बींग्स की तरह। उन्हों की पालना हुई, वो पढ़न भी गए, ये सारे फेजेस दे विचों निकले, है ना। पर सॉरी डॉक्टर सीमा, मैं एक चीज़ ਤੁਹਾਨੂੰ ਪੁੱਛਣਾ ਚਾਹਾਂਗੀ। ਤੁਸੀਂ ਕਿਹਾ शिवलिंग, हाँ, पर शिवलिंग ते फिर हिंदू धर्म वाले ही शिवलिंग ते जल चढ़ाते ने, पूजा करते ने। बिल्कुल बिल्कुल, फिर बहुत सुंदर तुसी क्वेश्चन कीता। देखो ਤੁਹਾਨੂੰ ਮੈਂ ਪਹਿਲਾਂ ਇਸ ਬਾਰੇ ਹੀ ਤੁਸੀਂ ਕਦੇ ਵੀ ਦੇਖਿਆ ਹੋਣਾ ਕ੍ਰਿਸਚੀਅਨ ਭਾਈ ਬਹਿਨ ਜਿੰਨੇ ਵੀ ਜਦੋਂ ਵੀ ਦਿਨ ਦੇ ਟਾਈਮ ਵੀ ਗਿਰਜਾ ਘਰ ਜਾਂਦੇ ਆ, ਚਰਚ ਜਾਂਦੇ ਆ, ਤੁਸੀਂ ਦੇਖੋਗੇ ਉਹਨਾਂ ਦੇ ਹੱਥ ਵਿੱਚ ਇੱਕ ਜਲਦੀ ਹੋਈ ਮੋਮਬੱਤੀ ਹੁੰਦੀ ਹੈ। ਕਦੀ ਤੁਸੀਂ ਅੰਦਰ ਜਾ ਕਰਕੇ ਦੇਖਣਾ,
ਆਸ-ਪਾਸ ਛੋਟੀ ਜਲਦੀਆਂ ਹੋਈਆਂ ਮੋਮਬੱਤੀਆਂ ਤੇ ਵਿੱਚ ਬੜੀ ਜਲਦੀ ਹੋਈ ਮੋਮਬੱਤੀ। ਜਿਹੜੀਆਂ ਆਸ-ਪਾਸ ਛੋਟੀ ਜਲਦੀਆਂ ਹੋਈਆਂ ਮੋਮਬੱਤੀਆਂ ਉਹ ਕਿਸ ਚੀਜ਼ ਦੀ ਨਿਸ਼ਾਨੀ ਹੈ? ਤੁਹਾਨੂੰ ਯਾਦ ਹੋਏਗਾ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਸਾਲੀਗ੍ਰਾਮ ਜਿਹੜੇ ਕਿ ਮੰਦਰਾਂ ਦੇ ਵਿੱਚ ਦਿਖਾਏ ਜਾਂਦੇ ਆ, ਆਤਮਾ ਰੂਪੀ ਜੋਤ ਨੂੰ ਦਿਖਾਇਆ ਗਿਆ ਹੈ। ਔਰ ਜਿਹੜੀ ਵਿੱਚ ਵਾਲੀ ਬੜੀ ਮੋਮਬੱਤੀ ਹੈ ਉਹ ਕਿਸ ਨੂੰ? ਪਰਮ ਪਿਤਾ ਪਰਮਾਤਮਾ ਜੋਤ ਸਰੂਪ, ਜਿਹਦੇ ਲਈ ਕਿ ਬਾਈਬਲ ਵਿੱਚ ਲਿਖਿਆ ਗਿਆ ਹੈ ਗੋਡ ਇਜ਼ ਲਾਈਟ। ਕਿਤੇ ਵੀ ਜੀਸਸ ਕ੍ਰਾਈਸਟ ਨੇ, ਤੁਸੀਂ ਪੜ੍ਹ ਕੇ ਦੇਖ ਲੈਣਾ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਮੈਂ ਪਰਮਾਤਮਾ ਹਾਂ। ਉਹ ਕੀ ਕਹਿੰਦੇ ਹਨ? ਮਾਈ ਫਾਦਰ ਇਜ਼ ਇਨ ਹੈਵਨ, ਆਈ ਐਮ ਹਿਜ਼ ਸਨ, ਮੈਂ ਉਸਦਾ ਪੁੱਤਰ ਹਾਂ। I am the son of God. ਆਈ ਐਮ ਦ ਸਨ ਆਫ ਗੋਡ, ਬਿਲਕੁਲ, ਹੈ ਨਾ। ਤੇ ਇਸ ਦਾ ਮਤਲਬ ਕਿ ਕ੍ਰਿਸਚੀਅਨ ਭਾਈ ਬਹਿਨ ਵੀ ਉਸ ਲਾਈਟ ਨੂੰ ਮੰਨਦੇ ਆ। ਬਿਲਕੁਲ। ਜੇਕਰ ਤੁਸੀਂ ਓਲਡ ਟੈਸਟਾਮੈਂਟ ਦੇ ਵਿੱਚ ਜੂਇਸ਼ ਫਿਲਾਸਫੀ ਦੀ ਗੱਲ ਹੁੰਦੀ ਹੈ ਕਿ ਉਹਨਾਂ ਨੇ ਵੀ, ਮੋਜ਼ਿਸ ਨੇ ਜੋ ਉਹਨਾਂ ਦੇ ਪਹਿਲੇ ਪੈਗੰਬਰ ਸੀਗੇ, ਉਹਨਾਂ ਨੇ ਵੀ ਸੁਨਾਈ ਪਰਬਤ ਦੇ ਉੱਤੇ ਇਸ ਦੀਪ ਸ਼ਿਖਾ ਦਾ ਸਾਖਸ਼ਾਤਕਾਰ ਕੀਤਾ, ਇਸ ਜੋਤ ਦਾ ਸਾਖਸ਼ਾਤਕਾਰ ਕੀਤਾ। ਇਹਦਾ ਮਤਲਬ ਜੂਇਸ਼ ਫਿਲਾਸਫੀ ਦੇ ਵਿੱਚ ਜੋ ਸ਼ਿਵਲਿੰਗ ਦੇ ਲਈ ਸ਼ਬਦ ਇਸਤੇਮਾਲ ਹੁੰਦਾ ਹੈ ਉਹ ਹੈ ਜਹੋਵਾ। ਦੇਖੋ ਇਹਨਾਂ ਦੀ ਪ੍ਰੋਨੰਸੀਏਸ਼ਨ ਵੀ ਸ਼ਿਵਾ, ਜਹੋਵਾ, ਦੋਨੋਂ ਆਪਸ ਦੇ ਵਿੱਚ ਮਿਲਦੇ ਹੈ ਨਾ। ਦੇਖੋ ਜੇਕਰ ਆਪਾਂ ਇੰਡੀਆ ਦੀ ਹੀ ਇਦੋਂ ਪਹਿਲਾਂ ਕਿ ਬਾਕੀ ਹੋਰ ਬਾਰੇ ਗੱਲ ਕਰੀਏ, ਦੇਖੋ ਇੰਡੀਆ ਦੇ ਵਿੱਚ ਆਪਾਂ ਦੇਖੀਏ ਨਾਰਥ ਦੇ ਵਿੱਚ, ਹੈ ਨਾ, ਜਗ੍ਹਾ ਜਗ੍ਹਾ ਤੇ ਤੁਹਾਨੂੰ ਰਾਮਲੀਲਾ ਗਰਾਊਂਡ ਮਿਲਣਗੇ, ਰਾਸਲੀਲਾ ਗਰਾਊਂਡ ਮਿਲਣਗੇ ਤੇ ਰਾਮਲੀਲਾ ਦਿਖਾਈ ਜਾਂਦੀ ਹੈ। ਔਰ ਜ਼ਿਆਦਾਤਰ ਲੋਕ ਸ਼੍ਰੀ ਰਾਮਚੰਦਰ ਔਰ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਆ। ਜੇਕਰ ਆਪਾਂ ਪੂਰਬ ਦੇ ਵੱਲੀ ਚਲੇ ਜਾਈਏ ਤਾਂ ਦੁਰਗਾ ਦੀ ਪੂਜਾ ਹੁੰਦੀ ਹੈ ਨਾ। ਜੇਕਰ ਆਪਾਂ ਵੈਸਟ ਵੱਲੀ ਚਲੇ ਜਾਈਏ ਤਾਂ ਗਣਪਤ ਬਾਵਾ ਮੋਰੀਆ, ਗਣੇਸ਼ ਜੀ ਦੀ, ਹੈ ਨਾ, ਉਹ ਦਿਨ ਮਨਾਏ ਜਾਂਦੇ, ਆਪਾਂ ਦੇਖਦੇ ਵੀ ਹਾਂ। ਸਾਊਥ ਦੇ ਵਿੱਚ ਵਿਸ਼ਨੂੰ ਜੀ ਦੀ ਪੂਜਾ, ਵੈਂਕਟੇਸ਼ਵਰਮ, ਉਹਨਾਂ ਦੀ ਪੂਜਾ ਹੈ। ਇਹ ਕਿਉਂ ਕਿਹਾ ਕਿ ਜਿੰਨੇ ਵੀ ਸਾਰੇ ਦੇਵੀ ਦੇਵਤਾ ਹੈ ਇਹਨਾਂ ਦੀ ਪੂਜਾ ਤਾਂ ਸਟੇਟ ਵਾਈਜ਼ ਹੋ ਗਈ, ਪਰ ਪਰਮ ਪਿਤਾ ਪਰਮਾਤਮਾ ਜੋਤ ਸਵਰੂਪ ਦੀ ਪੂਜਾ ਨਾ ਕੇਵਲ ਇੰਡੀਆ ਦੇ ਵਿੱਚ ਬਲਕਿ ਪੂਰੇ ਵਿਸ਼ਵ ਦੇ ਕੋਨੇ-ਕੋਨੇ ਵਿੱਚ ਹੋ ਰਹੀ ਹੈ ਨਾ। ਇੰਡੀਆ ਦੀ ਬਾਉਂਡਰੀਜ਼ ਤੋਂ ਆਪਾਂ ਬਾਹਰ ਜਾਈਏ, ਨੇਪਾਲ ਦੇ ਵਿੱਚ ਪਸ਼ੂਪਤੀਨਾਥ ਦਾ ਇੱਕ ਮੰਦਿਰ ਤੁਸੀਂ ਸੁਣਿਆ ਹੋਣਾ, ਹੈ ਨਾ। ਪਸ਼ੂ ਆਤਮਾ ਦੇ ਲਈ ਵੀ ਸ਼ਬਦ ਇਸਤੇਮਾਲ ਹੁੰਦਾ ਸ਼ੈਵ ਮਤ ਵਾਲੇ, ਕਿ ਆਤਮਾ ਇਸ ਪ੍ਰਕਿਰਤੀ ਦੇ ਬੰਧਨ ਵਿੱਚ ਹੈ, ਇਸ ਲਈ ਉਹ। ਦੂਜਾ ਮੀਨਿੰਗ ਪਸ਼ੂਪਤੀਨਾਥ ਦਾ ਇਹ ਹੈ ਕਿ ਸਾਡੀਆਂ ਜਿਹੜੀਆਂ ਐਨੀਮਲ ਇੰਸਟਿੰਕਟਸ ਹੈ, ਪਾਸ਼ਵਿਕ ਵ੍ਰਿਤੀਆਂ, ਉਹਨਾਂ ਨੂੰ ਸ਼ੁੱਧ ਕਰਦਾ ਹੈ। ਤੇ ਉੱਥੇ ਵੀ ਕਿਹਦੀ ਪੂਜਾ ਕਰਦੇ ਦਿਖਾਇਆ ਗਿਆ? ਸ਼ਿਵਲਿੰਗ ਦੇ, ਹੈ ਨਾ। ਦੇਖੋ ਆਪਣੇ ਜੋ ਮੁਸਲਮਾਨ ਭੈਣ ਭਾਈ ਹੈ, ਤੁਹਾਨੂੰ ਤੁਸੀਂ ਦੇਖਿਆ ਹੋਣਾ, ਉਹ ਮੂਰਤੀ ਪੂਜਾ ਨੂੰ ਨਹੀਂ ਮੰਨਦੇ, ਪੱਥਰ ਨੂੰ ਨਹੀਂ ਪੂਜਦੇ। ਪਰ ਅੱਜ ਵੀ ਜਦੋਂ ਮੱਕਾ ਦੇ ਵਿੱਚ ਹੱਜ ਦੇ ਲਈ ਜਾਂਦੇ ਆ, ਉੱਥੇ ਸ਼ਿਵਲਿੰਗ ਦੇ ਆਕਾਰ ਦਾ ਇੱਕ ਪੱਥਰ, ਜਿਹਨੂੰ ਕਿ ਉਹ ਕੀ ਕਹਿੰਦੇ ਆ, ਜਿਹਨੂੰ ਆਪਾਂ ਇੰਡੀਆ 'ਚ ਸ਼ਿਵਲਿੰਗ ਕਹਿੰਦੇ ਆ, ਤਾਂ ਉਹਨੂੰ ਮੱਕਾ ਦੇ ਵਿੱਚ ਸੰਗੇ ਅਸਵਦ, ਹੈ ਨਾ। ਜਦੋਂ ਤੱਕ ਕਿੰਨੀ ਵੀ ਭੀੜ ਹੋਵੇ, ਸੰਗੇ ਅਸਵਦ ਦਾ ਦੀਦਾਰ ਨਾ ਕਰ ਲੈਣ, ਹੈ ਨਾ, ਸ਼ੀਸ਼ੇ ਦੇ ਪਿੱਛੇ ਉਹ ਪੱਥਰ ਅੱਜ ਵੀ ਓਵਲ ਸ਼ੇਪ ਦੇ ਸਟੋਨ ਦਾ ਰੱਖਿਆ ਹੋਇਆ, ਉਦੋਂ ਤੱਕ ਉਹ ਆਪਣਾ ਹੱਜ ਕਬੂਲ ਨਹੀਂ ਸਮਝਦੇ। ਹੇ ਪਰਵਰਦੀਗਾਰ, ਹੇ ਨੂਰੇ ਇਲਾਹੀ, ਨੂਰ ਮੀਨ ਹੁੰਦਾ ਲਾਈਟ, ਹੈ ਨਾ। ਤੇ ਮੁਸਲਮਾਨ ਭੈਣ ਭਾਈ ਵੀ ਉਸੇ ਲਾਈਟ ਨੂੰ ਹੀ ਮੰਨ ਰਹੇ ਹੈ। ਜੇਕਰ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਦਾਹਰਨ ਲਈਏ, ਉਹਦੇ ਵਿੱਚੋਂ ਅੰਗ 663 ਦੇ ਉੱਤੇ ਬਹੁਤ ਸੁੰਦਰ ਪਰਮਾਤਮਾ ਦੀ ਉਸ ਅਕਾਲ ਪੁਰਖ ਦੀ ਤਸਵੀਰ ਦਿੱਤੀ ਹੋਈ ਹੈ। ਲਿਖਿਆ ਹੋਇਆ ਹੈ, ਜਾਤ ਮੈਂ ਜੋਤ ਜੋਤ ਹੈ ਸੋਈ, ਜਿਸਕੇ ਚਾਨਣ ਸਭ ਮੇਂ ਚਾਨਣ ਹੋਈ, ਹੈ ਨਾ। ਔਰ ਬਹੁਤ ਸੁੰਦਰ ਮੂਲ ਮੰਤਰ ਦੇ ਵਿੱਚ ਸਾਰਾ ਹੀ ਅਰਥ, ਮੈਂ ਤਾਂ ਕਈ ਵਾਰ ਆਪਣੇ ਸਟੂਡੈਂਟਸ ਨੂੰ ਕਹਿੰਦੀ ਹੁੰਦੀ ਹਾਂ ਕਿ ਪੂਰੇ ਵਰਲਡ ਦੇ ਵਿੱਚ ਅਗਰ ਪਰਮਾਤਮਾ ਬਾਰੇ ਸਭ ਤੋਂ ਬਰੀਫ ਡੈਫੀਨੇਸ਼ਨ ਦੇਖਣੀ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਸਟਾਰਟਿੰਗ ਪਾਰਟ ਹੈ, ਪ੍ਰੀਐਂਬਲ, ਹੈ ਨਾ, ਜਾਂ ਜਿਹਨੂੰ ਆਪਾਂ ਕਹੀਏ ਮੂਲ ਮੰਤਰ। ਦੇਖੋ ਗੁਰੂ ਸਾਹਿਬ ਨੇ ਸਾਰੀ ਬਾਣੀ ਨੂੰ ਬਾਣੀ ਕਹਿਤਾ, ਪਰ ਉਹਨੂੰ ਕੀ ਕਹਿਤਾ? ਮੂਲ ਮੰਤਰ। ਮੂਲ ਕੀ ਹੁੰਦਾ? ਉਹਨੂੰ ਮੰਤਰ ਕਿਹਾ, ਔਰ ਸਧਾਰਨ ਮੰਤਰ ਨਹੀਂ ਕਿਹਾ, ਮੂਲ ਮੰਤਰ, ਹੈ ਨਾ। ਮੂਲ ਜੜ, ਹੈ ਨਾ, ਇੱਕ ਤਰੀਕੇ ਨਾਲ। ਔਰ ਇੰਨੇ 6-7 ਸ਼ਬਦਾਂ ਦੇ ਵਿੱਚ ਪੂਰਾ ਦਾ ਪੂਰਾ ਉਹਨਾਂ ਨੇ ਵਿਆਖਿਆਨ ਕਰਤਾ ਕਿ ਪਰਮਾਤਮਾ ਕਿੱਦਾਂ ਦਾ ਹੈ। ਇੱਕ ਓਂਕਾਰ, ਉਹ ਇੱਕ ਹੈ ਨਾ। ਸਤਨਾਮ, ਸਤ ਦੀ ਕੀ ਪਰਿਭਾਸ਼ਾ ਹੈ? ਸਤ ਤੇ ਕਦੀ ਬਦਲਦਾ ਨਹੀਂ ਹੈ। ਸਤਨਾਮ ਕਰਤਾ ਪੁਰਖ, ਕਰਤਾ ਮਨਾ ਉਹ ਕ੍ਰੀਏਟਰ ਹੈ, ਉਹ ਰਚయిਤਾ ਹੈ, ਤੇ ਅਸੀਂ ਉਹਦੀ ਕੀ ਹੋ ਗਏ? ਅਸੀਂ ਉਹਦੀ ਰਚਨਾ, ਹੈ ਨਾ। ਪੁਰਖ ਜਿਹੜਾ ਸ਼ਬਦ ਹੈ, ਜਦੋਂ ਆਪਾਂ ਸੰਖਿਆ ਦਰਸ਼ਨ ਪੜ੍ਹੀਏ, 6 ਫਿਲਾਸਫੀਜ਼ ਇੰਡੀਆ ਦੀਆਂ, ਉਹਦੇ ਵਿੱਚੋਂ ਸੰਖਿਆ ਦਰਸ਼ਨ ਵਿੱਚ ਪੁਰਸ਼ ਤੇ ਪ੍ਰਕਿਰਤੀ ਦੋਨਾਂ ਦਾ ਖੇਲ ਦੱਸਿਆ ਗਿਆ, ਆਤਮਾ ਔਰ ਪ੍ਰਕਿਰਤੀ। ਪੁਰਖ ਸ਼ਬਦ ਆਤਮਾ ਦੇ ਲਈ ਇਸਤੇਮਾਲ ਹੁੰਦਾ ਹੈ, ਪਰ ਇਹ ਕੋਈ ਸਧਾਰਨ ਆਤਮਾ ਨਹੀਂ। ਕੀ ਕਿਹਾ ਇਹਨੂੰ ਮੂਲ ਮੰਤਰ ਵਿੱਚ? ਕਰਤਾ ਪੁਰਖ, ਉਹ ਕ੍ਰੀਏਟਰ ਹੈ, ਅਸੀਂ ਉਹਦੀ ਰਚਨਾ ਹੈ।
ਜਿਹਨੂੰ ਆਪਾਂ ਪਰਮਾਤਮਾ ਕਹਿ ਦਿੰਦੇ ਹਾਂ, ਕਰਤਾ ਪੁਰਖ ਦਾ ਸੇਮ ਮੀਨਿੰਗ ਹੈ। ਨਿਰਭਉ, ਉਹਨੂੰ ਕਿਸੇ ਦਾ ਵੀ ਡਰ ਨਹੀਂ ਹੈ। ਕਿਉਂ ਡਰ ਨਹੀਂ ਹੈ? ਬਹੁਤ ਸੁੰਦਰ ਸੀਕੁਐਂਸ ਹੈ। ਅਗਲਾ ਸ਼ਬਦ ਆਉਂਦਾ ਹੈ ਨਿਰਵੈਰ। ਕਿਉਂ ਡਰ ਨਹੀਂ ਹੈ? ਉਹਦਾ ਕਿਸੇ ਨਾਲ ਵੀ ਵੈਰ ਨਹੀਂ ਹੈ। ਇੱਕ ਵਾਰੀ ਬਹੁਤ ਸੁੰਦਰ ਇੱਕ ਸਪਿਰਿਚੁਅਲ ਡਿਸਕੋਰਸ ਦੇ ਵਿੱਚ ਹੀ ਸੁਣਿਆ ਕਿ ਪੂਰੀ ਦੁਨੀਆ ਦੇ ਵਿੱਚ ਕਿਸੇ ਇੱਕ ਵਿਅਕਤੀ ਨਾਲ ਵੀ ਤੁਹਾਡੀ ਦੁਸ਼ਮਣੀ ਹੈ ਤਾਂ ਤੁਸੀਂ ਅਕਾਲ ਪੁਰਖ ਨਾਲ ਦੋਸਤੀ ਨਹੀਂ ਕਰ ਸਕਦੇ। ਸੱਚਮੁੱਚ ਇਹ ਸ਼ਬਦ ਬਹੁਤ ਅੱਛੇ ਲੱਗੇ। ਨਿਰਭਉ ਨਿਰਵੈਰ ਅਕਾਲ ਮੂਰਤ, ਉਹਨੂੰ ਕਦੀ ਵੀ ਕਾਲ ਨਹੀਂ ਆਂਦਾ। ਸੁਨੈਨਾ ਜੀ, ਕਾਲ ਸ਼ਬਦ ਦੇ ਦੋ ਮੀਨਿੰਗ ਹੋਰ ਵੀ ਅਰਥ ਹੋ ਸਕਦੇ ਹਨ। ਕਾਲ ਮਾਨਾ ਸਮੇਂ ਔਰ ਕਾਲ ਮਾਨਾ ਮ੍ਰਿਤੂ। ਉਹ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਨਹੀਂ ਆਂਦੇ। ਮੂਰਤ ਤੋਂ ਹੈ ਉਸਦੀ, ਮੂਰਤ ਤੋਂ ਤੁਹਾਨੂੰ ਹੁਣੇ ਹੀ ਦੱਸਿਆ ਕਿਸ ਤਰ੍ਹਾਂ ਦੀ, ਜੋਤ ਸਰੂਪ ਹੈ। ਅਕਾਲ ਮੂਰਤ ਅਜੂਨੀ ਸਹਿਭੰਗ, ਉਹ ਕਿਸੇ ਵੀ ਯੋਨੀ ਦੇ ਵਿੱਚ ਨਹੀਂ ਆਂਦੇ ਨਾ। ਗੁਰ ਪ੍ਰਸਾਦ, ਇਹ ਕੋਈ ਸਥੂਲ ਪ੍ਰਸ਼ਾਦ ਦੀ ਗੱਲ ਨਹੀਂ, ਜਿੰਦੇ ਬਾਰੇ ਸ਼ਾਇਦ ਗੁਰਬਾਣੀ ਚਾਹੁੰਦਾ ਹੈ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਵੇ ਸੋ ਪਾਵੇ। ਅੱਜ ਸਾਡੇ ਦਰਸ਼ਕ ਵੀ ਸ਼ਾਇਦ ਉਹੀ ਜ਼ਿਆਦਾ ਇਸ ਚੀਜ਼ ਨੂੰ ਸਮਝ ਪਾ ਰਹੇ ਹੋਣੇ ਆ ਜਿੰਦੇ ਤੇ ਉਸ ਪਰਮਾਤਮਾ ਦੀ ਕਿਰਪਾ ਵਰਸ ਰਹੀ ਹੈ, ਜਿੰਦੇ ਤੇ ਉਹਨਾਂ ਦੀ ਰਹਿਮਤ ਹੈ। ਸ਼ਾਇਦ ਉਹਨਾਂ ਨੂੰ ਅੰਦਰੋਂ ਲੱਗੇਗਾ ਕਿ ਸ਼ਾਇਦ ਜਿਵੇਂ ਕਿ ਅੰਦਰੋਂ ਇੱਕ ਸੋਝੀ ਪਰਮ ਪਿਤਾ ਪਰਮਾਤਮਾ ਖੁਦ ਹੀ ਦੇ ਰਿਹਾ ਆਪਣੇ ਪਰਿਚੈ ਦੇ ਬਾਰੇ 'ਚ, ਹੈ ਨਾ। ਤੇ ਇਹ ਜਿਵੇਂ ਅਲੱਗ-ਅਲੱਗ ਧਰਮਾਂ ਦੇ, ਸਿਰਫ ਇਹੀ ਨਹੀਂ, ਬੁੱਧਿਜ਼ਮ ਦੇ ਵਿੱਚ ਵੀ ਤੁਸੀਂ ਦੇਖ ਲਓ। ਜਾਪਾਨ ਦੇ ਵਿੱਚ ਇੱਕ ਸੈਕਟ ਹੈ, ਉਹ ਜਿਹੜੇ ਕਿ ਇੱਕ 3 ਫੁੱਟ ਉੱਚਾ ਸਟੈਂਡ ਲੈ ਕੇ ਵਜਰ ਆਸਨ 'ਚ ਬੈਠਦੇ ਆ ਤੇ ਸ਼ਿਵਲਿੰਗ ਦੇ ਆਕਾਰ ਦਾ ਇੱਕ ਪੱਥਰ ਲੈ ਕਰਕੇ ਤਰਾਟਕ ਕਰਦੇ ਆ, ਹੈ ਨਾ। ਤੇ ਉਸੇ ਨੂੰ ਅਲੱਗ-ਅਲੱਗ ਧਰਮਾਂ ਦੇ ਵਿੱਚ, ਜਿਵੇਂ ਕਿ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦੁਆਰਾ ਦੱਸਾਂ ਕਿ ਪਾਣੀ ਹੈ ਜਿਵੇਂ, ਹੈ ਨਾ, ਤੇ ਉਹਨੂੰ ਸਾਰੇ ਲੋਕ ਪਾਣੀ ਨਹੀਂ ਕਹਿਣਗੇ, ਕੋਈ ਉਸਨੂੰ ਜਲ ਕਹਿਣਗੇ, ਕੋਈ ਉਸਨੂੰ ਨੀਰ ਕਹਿੰਦੇ ਆ, ਹੈ ਨਾ, ਕੋਈ ਉਸਨੂੰ ਵਾਟਰ ਕਹਿਣਗੇ, ਔਰ ਹੋ ਸਕਦਾ ਕੈਮਿਸਟਰੀ ਲੈਬ ਦੇ ਵਿੱਚ ਤਾਂ ਆਪਾਂ ਉਸਨੂੰ H2O ਕਹੀਏ, ਹੈ ਨਾ। ਪਰ ਦੇਖੋ ਆਪਣੇ ਸਾਇੰਟਿਸਟ ਆਪਸ ਲੜਦੇ ਨਹੀਂ ਹੈ। ਕਿਉਂ ਨਹੀਂ ਲੜਦੇ? ਕਿਉਂਕਿ ਉਹਨਾਂ ਨੂੰ ਪਤਾ ਸਬਸਟੈਂਸ ਇਜ਼ ਦਾ ਸੇਮ। ਤੇ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਜੋਤ ਸਰੂਪ ਹੈ ਨਾ, ਉਸੇ ਨੂੰ ਆਪਾਂ ਗੋਡ ਕਹਿ ਲੈਂਦੇ ਹਾਂ, ਉਸੇ ਨੂੰ ਅਕਾਲ ਪੁਰਖ ਕਹਿ ਰਹੇ ਹਾਂ, ਉਸੇ ਨੂੰ ਪਰਮਾਤਮਾ ਕਹਿ ਰਹੇ ਹਾਂ, ਉਸੇ ਨੂੰ ਓਂਕਾਰ ਕਹਿ ਰਹੇ ਹਾਂ। ਇਹ ਸਿਰਫ ਅਲੱਗ-ਅਲੱਗ ਨਾਮ ਹੈ, ਲੇਕਿਨ ਪਰਮ ਪਿਤਾ ਪਰਮਾਤਮਾ ਜੋਤ ਸਰੂਪ ਹੀ ਹੈ। ਬਹੁਤ ਸੋਹਣਾ। ਅੱਜ ਦੀ ਕੜੀ ਵਿੱਚ ਇਹ ਵਾਕਈ ਇੱਕ ਨਵਾਂ ਚਾਨਣ ਤੁਸੀਂ ਸਾਡੇ ਵਾਸਤੇ ਲੈ ਕੇ ਆਏ, ਸਾਡੇ ਦਰਸ਼ਕਾਂ ਵਾਸਤੇ ਇੱਕ ਬੈਟਰ ਅੰਡਰਸਟੈਂਡਿੰਗ। ਬਹੁਤ ਹੀ ਸੋਹਣਾ। ਅਸੀਂ ਸਮੇਂ ਨੂੰ ਵੇਖਦੇ ਹੋਏ ਤੁਹਾਡੇ ਕੋਲੋਂ ਇੱਥੇ ਹੀ ਵਿਦਾਈ ਲਵਾਂਗੇ। ਤੁਹਾਡਾ ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਓਮ ਸ਼ਾਂਤੀ। ਸਾਡੇ ਦਰਸ਼ਕਾਂ ਨੂੰ ਵੀ ਅੱਜ ਦਾ ਐਪੀਸੋਡ ਬਹੁਤ ਸੋਹਣਾ ਲੱਗਿਆ ਹੋਣਾ ਹੈ। ਆਸ ਕਰਦੇ ਹਾਂ ਤੁਹਾਨੂੰ ਇੱਕ ਨया ਚਾਨਣਾ ਮਿਲਿਆ ਪਰਮਾਤਮਾ ਬਾਰੇ ਕਿ ਪਰਮਾਤਮਾ ਇੱਕ ਹੈ, ਪਰਮਾਤਮਾ ਅਨੇਕ ਨਹੀਂ, ਪਰਮਾਤਮਾ ਵੀ ਜੋਤੀ ਸਰੂਪ ਹੈ, ਇੱਕ ਲਾਈਟ ਹੈ। ਐਸੇ ਕੜੀ ਨੂੰ ਅਸੀਂ ਅੱਗੇ ਵਧਾਵਾਂਗੇ ਆਪਣੇ ਅਗਲੇ ਐਪੀਸੋਡ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲੀਵੁੱਡ ਸਟੂਡੀਓ ਸ਼ਾਂਤੀਵਨ। ਮੋਬਾਈਲ ਨੰਬਰ 8094913487। ਈਮੇਲ punjabi.gws@gmail.com। ਸੱਚੇ ਦਿਲ ਤੇ ਸਾਹਿਬ ਰਾਜੀ ਹੁੰਦੇ ਨੇ, ਨਈਆ ਜਗ ਦੀ ਉਹੀ ਪਾਰ ਲਗਾਉਂਦੇ ਨੇ।